ਸਮੇਲ ਪੋਡਕਾਸਟ ਦੀ 10ਵੀਂ ਲੜੀ ਵਿੱਚ ਮੇਜਰ ਮਾਰਕਟ ਵੱਲੋਂ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ। ਤਾਂ ਦੁਨੀਆ ਭਰ ਵਿੱਚ ਬੈਠੇ तमाम ਦਰਸ਼ਕਾਂ ਨੂੰ ਅਦਬ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਤਾਂ ਜਿਹੜਾ ਸਾਡੇ ਦਰਸ਼ਕਾਂ ਵੱਲੋਂ ਸਾਨੂੰ ਸਹਿਯੋਗ ਮਿਲ ਰਿਹਾ ਹੈ ਇਸ ਪੋਡਕਾਸਟ ਨੂੰ ਦੇਖਣ ਤੋਂ ਬਾਅਦ, ਤਾਂ ਉਹ ਅਸੀਂ ਬਿਆਨ ਨਹੀਂ ਕਰ ਸਕਦੇ ਕਿ ਸਾਨੂੰ ਕਿੰਨਾ ਉਤਸ਼ਾਹਿਤ ਕਰਦਾ ਹੈ, ਹੌਸਲਾ ਦਿੰਦਾ ਹੈ, ਅਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਸੋ ਦੋਸਤੋ, ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਹੋਲੀ ਅਤੇ ਹੋਲਾ ਮਹੱਲਾ ਦੀਆਂ ਮੁਬਾਰਕਾਂ ਦਿੰਦਾ ਹਾਂ। ਹੋਲੀ ਭਾਰਤੀ ਸੰਸਕ੍ਰਿਤੀ ਦੇ ਵਿੱਚ ਬਹੁਤ ਹੀ ਪ੍ਰਸਿੱਧ ਤਿਉਹਾਰ ਹੈ, ਜਿਸ ਨੂੰ ਰੰਗਾਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਸੋ ਇਸ ਦੇ ਪਿੱਛੇ ਕੁਝ ਮਿਥਕ ਕਥਾਵਾਂ ਵੀ ਹਨ ਅਤੇ ਕਿਹਾ ਜਾਂਦਾ ਹੈ ਕਿ ਪ੍ਰਹਲਾਦ ਦੀ ਜੋ ਭੈਣ ਸੀ ਹੋਲਿਕਾ, ਮਾਫ਼ ਕਰਨਾ, ਪ੍ਰਹਲਾਦ ਦੀ ਭੂਆ ਸੀ ਹੋਲਿਕਾ ਅਤੇ ਹਰਨਾਕਸ਼ ਦੀ ਭੈਣ ਸੀ ਹੋਲਿਕਾ। ਅਤੇ ਜਦੋਂ ਹਰਨਾਕਸ਼ ਨੇ ਪ੍ਰਹਲਾਦ ਨੂੰ ਮਰਵਾਉਣਾ ਚਾਹਿਆ ਤਾਂ ਹੋਲਿਕਾ ਕਹਿੰਦੇ ਨੇ ਕਿ ਉਸਨੂੰ ਆਪਣੀ ਗੋਦੀ ਦੇ ਵਿੱਚ ਲੈ ਕੇ ਅੱਗ ਦੇ ਵਿੱਚ ਬੈਠੀ ਤਾਂ ਕਿ ਜਿਹੜਾ ਪ੍ਰਹਲਾਦ ਹੈ ਉਹ ਜਲ ਜਾਵੇ, ਅਤੇ ਉਸਨੂੰ ਕਹਿੰਦੇ ਨੇ ਕਿ ਅੱਗ ਦੇ ਵਿੱਚ ਬਚਣ ਦੇ ਕੋਈ ਉਹਦੇ ਕੋਲ ਉਪਾਅ ਹਨ। ਇਹ ਕਹਾਣੀਆਂ ਕਿੱਥੋਂ ਕੁ ਤੱਕ ਸੱਚ ਨੇ ਇਹ ਆਪਾਂ ਨੂੰ ਨਹੀਂ ਪਤਾ, ਕਿਉਂਕਿ ਮਿਥਕ ਕਹਾਣੀਆਂ ਹਨ। ਲੇਕਿਨ ਕਿਹਾ ਜਾਂਦਾ ਹੈ ਕਿ ਜਦੋਂ ਹੋਲਿਕਾ ਉਸ ਅੱਗ ਦੇ ਵਿੱਚ ਮੱਚ ਗਈ ਅਤੇ ਪ੍ਰਹਲਾਦ ਬਚ ਗਿਆ ਤਾਂ ਉਸ ਦੇ ਨਾਂ 'ਤੇ ਜਿਹੜਾ ਇਹ ਹੋਲੀ ਦਾ ਤਿਉਹਾਰ ਹੈ ਉਹ ਮਨਾਇਆ ਜਾਂਦਾ, ਅਤੇ ਲੋਕ ਇੱਕ ਦੂਸਰੇ ਉੱਪਰ ਪਾਣੀ ਜਾਂ ਰੰਗ ਸੁੱਟਦੇ ਨੇ ਅਤੇ ਕਾਫੀ ਗਹਿਮਾ ਗਹਿਮੀ ਹੁੰਦੀ ਹੈ। ਲੇਕਿਨ ਦੋਸਤੋ, ਜਿਹੜਾ ਅੱਜ ਕੱਲ੍ਹ ਕਰੋਨਾ ਦਾ ਪ੍ਰਕੋਪ ਚੱਲ ਰਿਹਾ ਹੈ, ਸੋ ਇਹਦੇ ਕਰਕੇ ਜਿਹੜੇ ਦਿਨ ਤਿਉਹਾਰ ਨੇ ਜਾਂ ਮੇਲੇ ਨੇ, ਇਹਨਾਂ ਦਾ ਰੰਗ ਭਾਵੇਂ ਕਾਫੀ ਫਿੱਕਾ ਹੈ, ਲੇਕਿਨ ਫਿਰ ਵੀ ਜਿਹੜੇ ਤਿਉਹਾਰ ਨੇ ਅਤੇ ਇਹ ਸਾਡੀ ਸਾਂਝੀਵਾਲਤਾ ਦਾ ਪ੍ਰਤੀਕ ਨੇ। ਸੋ ਕੋਈ ਸਮਾਂ ਸੀ ਪਿੰਡਾਂ ਵਿੱਚ, ਅਸੀਂ ਬਚਪਨ ਦੇ ਵਿੱਚ ਹੁੰਦੇ ਸੀ, ਤਾਂ ਕਿਸ ਤਰ੍ਹਾਂ ਜਿਹੜੇ ਹਨ ਆਂਢੀ ਗੁਆਂਢੀ ਜਾਂ ਆਮ ਲੋਕ ਇੱਕ ਦੂਸਰੇ 'ਤੇ ਰੰਗ ਸੁੱਟਦੇ ਸੀ ਜਾਂ ਪਾਣੀ ਸੁੱਟਦੇ ਸੀ। ਕੋਈ ਕਿਸੇ ਦਾ ਗੁੱਸਾ ਨਹੀਂ ਸੀ ਕਰਦਾ, ਅਤੇ ਕੋਈ ਇਹ ਨਹੀਂ ਸੀ ਦੇਖਦਾ ਕਿ ਕਿਹੜਾ ਬੰਦਾ ਕਿਹੜੇ ਧਰਮ ਨਾਲ ਸੰਬੰਧਿਤ ਹੈ, ਕਿਹੜੀ ਜਾਤ ਨਾਲ ਸੰਬੰਧਿਤ ਹੈ। ਸੋ ਰੰਗ ਨੇ ਜਿਹੜੇ ਇਹ ਜ਼ਿੰਦਗੀ ਦੀਆਂ ਖੁਸ਼ੀਆਂ, ਗਮੀਆਂ, ਮੂਡ, ਉਹਨਾਂ ਦਾ ਪ੍ਰਤੀਕ ਨੇ। ਤੋ 7 ਰੰਗ ਨੇ, ਤੋ ਜਿਹੜੇ ਸਾਨੂੰ ਇਹ ਦੱਸਦੇ ਨੇ ਕਿ ਜਿਹੜੀ ਸਾਡੀ ਜ਼ਿੰਦਗੀ ਹੈ ਉਹ ਰੰਗਾਂ ਦਾ ਸੁਮੇਲ ਹੈ। ਤੋ ਸਾਰੇ ਰੰਗ ਜਦੋਂ ਜੁੜ ਜਾਂਦੇ ਨੇ ਤਾਂ ਚਿੱਟਾ ਰੰਗ ਜਿਹੜਾ ਉਹ ਬਣਦਾ, ਜਿਸ ਤਰ੍ਹਾਂ ਦਾ ਧੁੱਪ ਦਾ ਰੰਗ ਹੁੰਦਾ ਤੋ ਇਸ ਤਰ੍ਹਾਂ ਦਾ ਰੰਗ ਬਣਦਾ। ਸੋ ਅਸੀਂ ਇਹਨਾਂ ਸਾਰੇ ਰੰਗਾਂ ਦੇ ਵਿੱਚੋਂ ਗੁਜ਼ਰ ਕੇ ਇੱਕ ਵਧੀਆ ਇਨਸਾਨ ਬਣਨਾ ਹੁੰਦਾ। ਸੋ ਦੋਸਤੋ, ਇਹ ਤਿਉਹਾਰ ਨੇ ਜਿਹੜੇ ਫਸਲਾਂ ਨਾਲ ਵੀ ਜੁੜੇ ਹੋਏ ਨੇ, ਜਿਵੇਂ ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਗੱਲ ਕਰਦੇ ਰਹੇ ਹਾਂ ਕਿ ਜਦੋਂ ਸਰਦੀ ਦੀ ਰੁੱਤ ਲੰਘ ਜਾਂਦੀ ਹੈ, ਬਸੰਤ ਰੁੱਤ ਆਉਂਦੀ ਹੈ, ਤਾਂ ਉਦੋਂ ਜਿਹੜਾ ਹੈਗਾ ਲੋਕਾਂ ਦਾ ਘਰਾਂ 'ਚੋਂ ਨਿਕਲਣਾ, ਬਾਹਰ ਖੁੱਲ੍ਹੇ ਪਾਣੀਆਂ 'ਚ ਨਹਾਉਣਾ, ਇੱਕ ਦੂਸਰੇ 'ਤੇ ਪਾਣੀ ਸਿੱਟਣਾ, ਇਹ ਸਾਰਾ ਜਿਹੜਾ ਇਹ ਪ੍ਰਤੀਕ ਸੀਗਾ ਕਿ ਜਿਹੜਾ ਮੌਸਮ ਹੈ ਉਹਦੇ ਵਿੱਚ ਬਦਲਾਅ ਆ ਰਿਹਾ ਹੈ। ਅਤੇ ਹੁਣ ਅਜਿਹਾ ਸਮਾਂ ਆ ਗਿਆ ਅਤੇ ਜਿਹਦੇ ਵਿੱਚ ਜਿਹੜਾ ਹੈ ਮੌਸਮ ਖੁੱਲ੍ਹੇ ਵਿੱਚ ਬੰਦਾ ਜਿਹੜਾ ਬਾਹਰ ਉਹ ਵਿਚਰ ਸਕਦਾ ਹੈ। ਸੋ ਹੋਲਾ ਮਹੱਲਾ ਜਿਹੜਾ ਹੈ, ਇਸ ਦੀ ਜਿਹੜੀ ਸ਼ੁਰੂਆਤ ਹੈ ਉਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਹੋਈ ਮੰਨੀ ਜਾਂਦੀ ਹੈ, ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜੇ ਜ਼ਿੰਦਗੀ ਦੇ ਕੱਚੇ ਰੰਗ ਨੇ ਤਾਂ ਇਹਨਾਂ ਦਾ ਇੰਨਾ ਮਹੱਤਵ ਨਹੀਂ, ਅਤੇ ਜਦੋਂ ਜ਼ੁਲਮ ਹੋ ਰਿਹਾ ਹੋਵੇ ਤਾਂ ਜਦੋਂ ਆਮ ਪਬਲਿਕ ਨੂੰ ਦਬਾਇਆ ਜਾ ਰਿਹਾ ਹੋਵੇ, ਸੋ ਉਦੋਂ ਜਿਹੜੇ ਜ਼ੁਲਮ ਦੇ ਖਿਲਾਫ ਲੜਨਾ ਬਹੁਤ ਜ਼ਰੂਰੀ ਹੈ। ਸੋ ਜਿਹੜਾ ਕੇਸਰੀ ਰੰਗ ਹੈ ਉਹ ਕੁਰਬਾਨੀ ਦਾ ਪ੍ਰਤੀਕ ਹੈ। ਤਾਂ ਉਹਨਾਂ ਨੇ ਕਿਹਾ ਕਿ ਆਓ ਆਪਾਂ ਹੋਲਾ ਮਹੱਲਾ ਜਿਹੜਾ ਹੋਲਾ ਮਨਾਉਂਦੇ ਹਾਂ, ਤਾਂ ਮਹੱਲਾ ਜਿਹੜਾ ਬਾਅਦ ਦੇ ਵਿੱਚ ਕੱਢਿਆ ਜਾਂਦਾ ਹੈ, ਤਾਂ ਉਸ ਦੇ ਵਿੱਚ ਜਿਹੜਾ ਹੈਗਾ ਹਥਿਆਰਾਂ ਦੀ ਸਿਖਲਾਈ, ਘੋੜ ਸਵਾਰੀ ਅਤੇ ਜਿਹੜਾ ਕੁਰਬਾਨੀ ਦਾ ਜਜ਼ਬਾ ਹੈ ਉਹ ਭਰਿਆ ਜਾਂਦਾ ਸੀ, ਤਾਂ ਕਿ ਜਿਹੜਾ ਜ਼ੁਲਮ ਦੇ ਖਿਲਾਫ ਹੈ ਉਹ ਇੱਕ ਆਮ ਮਨੁੱਖ ਹੈ ਜਿਹੜਾ ਉਹ ਲੜ ਸਕੇ। ਤਾਂ ਉਹ ਅਨੰਦਪੁਰ ਸਾਹਿਬ ਦੇ ਵਿੱਚ ਉਹ ਜਿਹੜੀ ਪਰੰਪਰਾ ਹੈ ਉਹ ਅਜੇ ਤੱਕ ਪ੍ਰਚਲਿਤ ਹੈ। ਤਾਂ ਤੁਸੀਂ ਸਾਰਿਆਂ ਨੇ ਹੀ ਆਪਣੇ ਬਚਪਨ ਦੇ ਵਿੱਚ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਇੱਕ ਵਾਰ ਜ਼ਰੂਰ ਵੇਖਿਆ ਹੋਣਾ। ਤਾਂ ਤੁਹਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਸਾਰਾ ਪੰਜਾਬ ਇਸ ਰੰਗ ਵਿੱਚ ਰੰਗਿਆ ਜਾਂਦਾ ਹੈ। ਤਾਂ ਥਾਂ ਥਾਂ ਲੰਗਰ ਲੱਗੇ ਹੁੰਦੇ ਨੇ, ਗੁਰੂ ਕੀਆਂ ਲਾਡਲੀਆਂ ਫੌਜਾਂ ਨਹਿਰਾਂ ਕਿਨਾਰਿਆਂ 'ਤੇ, ਸੜਕਾਂ ਕਿਨਾਰਿਆਂ 'ਤੇ ਕਿੱਦਾਂ ਘੋੜੇ ਲੈ ਕੇ ਅਨੰਦਪੁਰ ਸਾਹਿਬ ਵੱਲ ਨੂੰ ਜਾ ਰਹੀਆਂ ਹੁੰਦੀਆਂ ਨੇ। ਸੋ ਕਿਸ ਤਰ੍ਹਾਂ ਉੱਥੇ ਕੇਸਰੀ ਪੱਗਾਂ, ਕੇਸਰੀ ਦੁਪੱਟੇ ਜਾਂ ਸੰਗਤਾਂ ਦਾ ਜਿਹੜਾ ਠਾਠਾਂ ਮਾਰਦਾ ਇਕੱਠ ਹੁੰਦਾ। ਤੋ ਅੰਤਮ ਦਿਨ ਜਿਹੜਾ ਨਿਹੰਗ ਸਿੰਘ ਉਹ ਮੁਹੱਲਾ ਕੱਢਦੇ ਨੇ। ਸੋ ਇਹ ਦੇਖਣ ਵਾਲਾ ਹੁੰਦਾ। ਸੋ ਦੋਨੋਂ ਤਿਉਹਾਰ ਸਾਡੀ ਭਾਰਤੀ ਜਾਂ ਪੰਜਾਬੀ ਕਮਿਊਨਿਟੀ ਦੇ ਵਿੱਚ ਬੜੇ ਮਨਾਏ ਜਾਂਦੇ ਨੇ, ਭਾਵੇਂ ਅਸੀਂ ਪ੍ਰਦੇਸ਼ਾਂ 'ਚ ਬੈਠੇ ਹਾਂ, ਲੇਕਿਨ ਇਹਨਾਂ ਤਿਉਹਾਰਾਂ ਨੂੰ ਭੁੱਲ ਨਹੀਂ ਸਕਦੇ। ਅਤੇ ਇੱਥੇ ਵੀ ਇਹਨਾਂ ਦਾ ਜ਼ਿਕਰ ਹੈ ਜਿਹੜਾ ਉਹ ਆਮ ਹੀ ਹੁੰਦਾ ਰਹਿੰਦਾ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਕਿ ਆਪਣੇ ਬੱਚਿਆਂ ਨਾਲ ਸਾਡੇ ਸੱਭਿਆਚਾਰ ਇਹਨਾਂ ਦਿਨਾਂ ਤਿਉਹਾਰਾਂ ਬਾਰੇ ਜ਼ਰੂਰ ਗੱਲ ਕਰੋ।
ਤੋ ਆਪਣੇ ਕੰਮਾਂ ਤੇ ਜਦੋਂ ਹੋਲੀ ਦੀਆਂ ਐਡਵਰਟਾਈਜ਼ਮੈਂਟਸ ਆ ਰਹੀਆਂ ਹੁੰਦੀਆਂ ਨੇ, ਜਿਹੜਾ ਇੱਥੋਂ ਦਾ ਮੁੱਖ ਮੀਡੀਆ ਕਈ ਵਾਰ ਉਹ ਵੀ ਦਿਖਾਉਂਦਾ, ਉਹ ਵੀ ਕੋਈ ਇਸ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਸ਼ੋਅ ਕਰਦਾ, ਤਾਂ ਸਾਨੂੰ ਕਈ ਵਾਰ ਜਿਹੜੀਆਂ ਦੂਸਰੀਆਂ ਕਮਿਊਨਿਟੀਆਂ ਦੇ ਲੋਕ ਪੁੱਛਦੇ ਨੇ ਕਿ ਹੋਲੀ ਕੀ ਹੈ, ਕਿਉਂ ਮਨਾਈ ਜਾਂਦੀ ਹੈ। ਤੇ ਜੇ ਅਸੀਂ ਕਹਿ ਦਈਏ ਵੀ ਆਈ ਡੋਂਟ ਨੋ, ਤੇ ਫਿਰ ਉਹ ਸਾਡੇ ਮੂੰਹ ਵੱਲ ਝਾਕਦੇ ਨੇ ਕਿ ਇਹਨਾਂ ਨੂੰ ਪਤਾ ਨਹੀਂ। ਤੇ ਤੁਹਾਨੂੰ ਜੇ ਪਤਾ ਹੁੰਦਾ ਹੈ ਤਾਂ ਤੁਸੀਂ ਜਿਹੜੇ ਆਪਣੇ ਦਿਨ ਤਿਉਹਾਰ ਨੇ ਉਹ ਦੂਸਰੇ ਲੋਕਾਂ ਤੱਕ ਜਿੰਨੀ ਕੁ ਵੀ ਤੁਹਾਨੂੰ ਜਾਣਕਾਰੀ ਹੈ, ਪਰ ਗਲਤ ਜਾਣਕਾਰੀ ਨਹੀਂ ਦੇਣੀ, ਜਿਹੜੀ ਸਹੀ ਜਾਣਕਾਰੀ ਹੈ ਉਹ ਤੁਸੀਂ ਜ਼ਰੂਰ ਦੇਵੋ। ਇਹ ਮੈਂ ਇਸ ਕਰਕੇ ਵੀ ਕਹਿਣਾ ਕਿ ਦੁਨੀਆ ਜਿਹੜੀ ਉਹ ਇੱਕ ਗਲੋਬਲ ਪਿੰਡ ਬਣ ਰਹੀ ਹੈ। ਅਸੀਂ ਇੱਕ ਦੂਸਰੇ ਦਾ ਸੱਭਿਆਚਾਰ, ਇੱਕ ਦੂਸਰੇ ਦੀ ਭਾਸ਼ਾ ਦੇ ਸ਼ਬਦ, ਇੱਕ ਦੂਸਰੇ ਦਾ ਪਹਿਰਾਵਾ, ਅਸੀਂ ਇਹ ਸਾਰਾ ਕੁਝ ਅਪਣਾ ਰਹੇ ਹਾਂ। ਸਾਰੀ ਦੁਨੀਆ ਜਿਹੜੀ ਹੁਣ ਇੱਕ ਪਰਿਵਾਰ ਦੀ ਤਰ੍ਹਾਂ ਬਣਦੀ ਜਾ ਰਹੀ ਹੈ। ਸੋ ਅਸੀਂ ਇਸ ਪਰਿਵਾਰ ਦੇ ਵਿੱਚ ਕਿਹੜੀਆਂ ਆਪਣੀਆਂ ਚੀਜ਼ਾਂ ਦੱਸਣੀਆਂ ਨੇ, ਠੀਕ ਤਰੀਕੇ ਨਾਲ ਦੱਸਣੀਆਂ ਨੇ, ਕਿਹੜੀਆਂ ਚੀਜ਼ਾਂ ਲੈ ਕੇ ਆਉਣੀਆਂ ਨੇ, ਇਹ ਸਾਡੇ 'ਤੇ ਨਿਰਭਰ ਕਰਦਾ ਹੈ। ਅਤੇ ਤਾਂ ਹੀ ਜਿਹੜਾ ਸਾਡਾ ਸੱਭਿਆਚਾਰ ਹੈ ਤਾਂ ਦੂਸਰੀਆਂ ਜਿਹੜੀਆਂ ਕੌਮਾਂ ਨੇ ਉਹ ਇਸ ਤੋਂ ਜਾਣੂ ਹੋ ਸਕਦੀਆਂ ਨੇ। ਸੋ ਦੋਸਤੋ, ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਸੋ ਸਾਡੇ ਆਪਾਂ ਪਿਛਲੇ ਵਾਰ ਗੱਲ ਕੀਤੀ ਸੀ ਕਿ ਸਾਡੇ ਇੱਥੇ ਕੈਨੇਡਾ ਦੇ ਵਿੱਚ ਜਿਹੜੀ ਪੰਜਾਬੀ ਕਹਾਣੀ ਹੈ ਉਹ ਬੜੀ ਵਧੀਆ ਲਿਖੀ ਜਾ ਰਹੀ ਹੈ। ਉਹਨਾਂ ਦੇ ਵਿੱਚ ਕਈ ਨਾਂ ਬਹੁਤ ਮਸ਼ਹੂਰ ਨੇ। ਤੋ ਇਹਨਾਂ ਨਾਵਾਂ ਦੇ ਵਿੱਚ ਇੱਕ ਨਾਂ ਹੈ ਹਰਪ੍ਰੀਤ ਸੇਖਾ ਜੀ ਦਾ। ਹਰਪ੍ਰੀਤ ਸੇਖਾ ਜੀ ਕੈਨੇਡੀਅਨ ਪੰਜਾਬੀ ਕਹਾਣੀ ਦਾ ਮਾਣ ਨੇ। ਉਹਨਾਂ ਦੀਆਂ ਕਹਾਣੀਆਂ ਅਕਸਰ ਜਿਹੜੇ ਚੋਟੀ ਦੇ ਮੈਗਜ਼ੀਨ ਨੇ ਉਹਨਾਂ ਵਿੱਚ ਛਪਦੀਆਂ ਰਹਿੰਦੀਆਂ ਨੇ। ਸੋ ਪਿਛਲੇ ਦਿਨੀ ਉਹਨਾਂ ਨੂੰ ਉਰਮਿਲਾ ਆਨੰਦ ਸਿਮਰਤੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਤੋ ਅਸੀਂ ਹਰਪ੍ਰੀਤ ਸੇਖਾ ਜੀ ਨੂੰ ਵਧਾਈ ਦਿੰਦੇ ਹਾਂ। ਤੋ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਹਨ ਉਹ ਹਨ ਬੀਜੀ ਮੁਸਕਰਾ ਪਏ, 12 ਬੂਹੇ, ਟੈਕਸੀਨਾਮਾ, ਪ੍ਰਿਜ਼ਮ ਅਤੇ ਕਿਲੇ ਦੇ ਮੋਤੀ। ਤੇ ਤੁਹਾਨੂੰ ਦੋਸਤੋ ਜੇ ਕਿਤੇ ਕਿਤਾਬਾਂ ਮਿਲਦੀਆਂ ਨੇ ਤਾਂ ਉਹ ਜ਼ਰੂਰ ਪੜ੍ਹਨੀਆਂ। ਤੇ ਇਹਨਾਂ ਲੇਖਕਾਂ ਨੂੰ ਹੋਰ ਤੁਹਾਡੇ ਤੋਂ ਕੁਛ ਨਹੀਂ ਚਾਹੀਦਾ ਹੁੰਦਾ। ਤੇ ਜਦੋਂ ਤੁਸੀਂ ਕਿਸੇ ਦੀ ਕਹਾਣੀ ਪੜ੍ਹਦੇ ਹੋ ਜਾਂ ਕਿਸੇ ਕਿਤਾਬ ਪੜ੍ਹਦੇ ਹੋ ਤਾਂ ਉਸ ਦੇ ਉੱਪਰ ਐਡਰੈਸ ਹੁੰਦਾ ਹੈ, ਫੋਨ ਹੁੰਦਾ ਹੈ। ਤਾਂ ਉਸ ਲੇਖਕ ਨੂੰ ਜੇ ਤੁਸੀਂ ਇੱਕ ਕਾਲ ਕਰ ਦੋਗੇ ਤਾਂ ਜੋ ਉਸ ਲੇਖਕ ਨੂੰ ਇੱਕ ਈਮੇਲ ਭੇਜ ਦੋਗੇ, ਕੋਈ ਮੈਸੇਜ ਭੇਜ ਦੋਗੇ, ਤਾਂ ਉਸਦਾ ਜਿਹੜਾ ਹੌਸਲਾ ਉਹ ਵੱਧ ਜਾਂਦਾ। ਇਹੀ ਉਸਦਾ ਮਾਣ ਸਨਮਾਨ ਹੁੰਦਾ, ਹੋਰ ਉਸਨੇ ਕੁਛ ਨਹੀਂ ਲੈਣਾ ਹੁੰਦਾ। ਸੋ ਕਿਤਾਬਾਂ ਦੀ ਗੱਲ ਚੱਲਦੀ ਹੈ ਤਾਂ ਦੋਸਤੋ ਡਾਕਟਰ ਬਲਦੇਵ ਸਿੰਘ ਧਾਲੀਵਾਲ, ਸੋ ਬੜੇ ਨਾਮਵਰ ਆਲੋਚਕ ਨੇ। ਤੋ ਉਹਨਾਂ ਦੀ ਵੀ ਇੱਕ ਕਿਤਾਬ ਆਈ ਆ ਪਿਛਲੇ ਦਿਨੀ, ਇਉਂ ਪੜ੍ਹੀਏ ਕਹਾਣੀ, ਪੰਜਾਬੀ ਕਹਾਣੀ ਦੇ ਅਧਿਐਨ ਦਾ ਵਿਕਾਸ ਮਾਡਲ। ਸੋ ਇਸ ਦੇ ਵਿੱਚ ਉਹਨਾਂ ਨੇ ਕਹਾਣੀ ਨੂੰ ਅਸੀਂ ਕਿਵੇਂ ਪੜ੍ਹਨਾ ਹੈ, ਕਿਹੜੇ ਪੱਖਾਂ ਨੂੰ ਵਾਚਣਾ ਹੈ, ਕੀ ਕਰਨਾ ਹੈ, ਉਹਨਾਂ ਨੇ ਵੱਖੋ ਵੱਖਰੀਆਂ ਕਹਾਣੀਆਂ ਲੈ ਕੇ, ਕਹਾਣੀਆਂ ਦੀਆਂ ਕਿਤਾਬਾਂ ਲੈ ਕੇ ਅਤੇ ਸਮੀਖਿਆ ਕੀਤੀ ਹੈ ਅਤੇ ਦੱਸਿਆ ਹੈ ਕਿ ਕਿਵੇਂ ਅਸੀਂ ਜਿਹੜੀ ਹੈਗੀ ਹੈ ਉਹ ਆਲੋਚਨਾ ਕਿਸੇ ਕਹਾਣੀ ਦੀ ਕਰ ਸਕਦੇ ਹਾਂ ਅਤੇ ਕਿੱਦਾਂ ਅਸੀਂ ਉਸ ਕਹਾਣੀ ਨੂੰ ਨਿਰਖ ਪਰਖ ਸਕਦੇ ਹਾਂ। ਸੋ ਮੈਂ ਸਮਝਦਾ ਹਾਂ ਕਿ ਇੱਕ ਬੜਾ ਯਤਨ ਹੈ। ਇਹ ਕਿਤਾਬ ਦੀ ਮੈਂ ਇਸ ਕਰਕੇ ਗੱਲ ਕਰ ਰਿਹਾ ਕਿ ਇਸ ਦੇ ਵਿੱਚ ਕੈਨੇਡੀਅਨ ਪੰਜਾਬੀ ਕਹਾਣੀ ਦੀ ਵੀ ਕਾਫੀ ਜਿਹੜੀ ਚਰਚਾ ਹੈ ਉਹ ਕੀਤੀ ਗਈ ਹੈ। ਕੈਨੇਡੀਅਨ ਪੰਜਾਬੀ ਕਹਾਣੀ ਦਾ ਜਿਹੜਾ ਮਾਡਲ ਹੈ ਉਹ ਕਿਸ ਤਰ੍ਹਾਂ ਦਾ ਹੈ, ਉਸ ਦਾ ਵਿਸ਼ਾ ਵਸਤੂ ਕੀ ਹੈ, ਉਸ ਨੂੰ ਕਿਵੇਂ ਨਿਭਾਇਆ ਜਾਂਦਾ ਹੈ, ਉਸ ਦੀ ਵੀ ਗੱਲ ਕੀਤੀ ਗਈ ਹੈ। ਸੋ ਦੋਸਤੋ 2018 ਦੇ ਵਿੱਚ ਡਾਕਟਰ ਬਲਦੇਵ ਸਿੰਘ ਧਾਲੀਵਾਲ ਦੀ ਇੱਕ ਕਿਤਾਬ ਆਈ ਸੀ ਜਿਸ ਨੂੰ ਪੰਜਾਬੀ ਅਕਾਦਮੀ ਦਿੱਲੀ ਨੇ ਛਾਪਿਆ ਸੀ। ਸੋ ਇਹ ਕਿਤਾਬ ਦੇ ਵਿੱਚ ਪੰਜਾਬੀ ਕਹਾਣੀ ਦਾ ਇਤਿਹਾਸ ਹੈ। ਅਤੇ ਫਿਰ ਮੈਂ ਇੱਕ ਵਾਰ ਕਹਾਂਗਾ ਕਿ ਇਹਦੇ ਵਿੱਚ ਕੈਨੇਡੀਅਨ ਜਿਹੜੀ ਪੰਜਾਬੀ ਕਹਾਣੀ ਹੈ ਤਾਂ ਉਸ ਦੇ ਬਾਰੇ ਵਿੱਚ ਵੀ ਡਾਕਟਰ ਧਾਲੀਵਾਲ ਨੇ ਨਿੱਠ ਕੇ ਲਿਖਿਆ ਹੈ। ਇਹ ਕਿਤਾਬ ਮੇਰੇ ਕੋਲ ਹੈ, ਮੈਂ ਤੁਹਾਨੂੰ ਦਿਖਾ ਦਿੰਦਾ ਹਾਂ। ਸੋ ਇਹ ਹੈ ਇਹ ਕਿਤਾਬ। ਸੋ ਇਹ ਦੋਨੋਂ ਕਿਤਾਬਾਂ ਤੁਹਾਨੂੰ ਜਿੱਥੇ ਵੀ ਕਿਤੇ ਮਿਲਣ ਤਾਂ ਤੁਸੀਂ ਜਦੋਂ ਕੋਈ ਪੁਸਤਕ ਮੇਲਾ ਲੱਗਦਾ ਹੈ ਉੱਥੋਂ ਵੀ ਖਰੀਦ ਸਕਦੇ ਹੋ, ਜਾਂ ਤੁਸੀਂ ਡਾਕਟਰ ਬਲਦੇਵ ਸਿੰਘ ਧਾਲੀਵਾਲ ਨੂੰ ਜਾਂ ਇਹਨਾਂ ਪ੍ਰਕਾਸ਼ਕਾਂ ਨੂੰ ਫੋਨ ਕਰ ਸਕਦੇ ਹੋ ਕਿ ਇਹ ਕਿਤਾਬਾਂ ਨੇ ਜਿਹੜੀਆਂ ਇਹ ਪੜ੍ਹਨ ਵਾਲੀਆਂ ਹਨ ਦੋਸਤੋ। ਤੋ ਇਹ ਤੁਸੀਂ ਜ਼ਰੂਰ ਕਿਤਾਬਾਂ ਨੇ ਜਿਹੜੀਆਂ ਉਹ ਜਿੱਥੋਂ ਵੀ ਮਿਲਦੀਆਂ ਨੇ ਲੈ ਕੇ ਪੜ੍ਹੋ। ਸੋ ਇਸ ਦੇ ਨਾਲ ਨਾਲ ਸਾਡੇ ਕੋਲ ਕੁਝ ਖਬਰਾਂ ਹੋਰ ਵੀ ਨੇ। ਸੋ ਇੱਕ ਖਬਰ ਜਿਹੜੀ ਹੈ ਉਹ ਸਾਡੇ ਕੋਲ ਇੱਕ ਸ਼ੋਕ ਸੰਦੇਸ਼ ਹੈ। ਸੋ ਪਿਛਲੇ ਦਿਨੀ ਸਾਡੀਆਂ ਹਿੰਦੀ ਫਿਲਮਾਂ ਦੇ ਲੇਖਕ ਨਿਰਦੇਸ਼ਕ ਸਾਗਰ ਸਰਹੱਦੀ ਜੀ ਅਕਾਲ ਚਲਾਣਾ ਕਰ ਗਏ। ਸੋ ਦੋਸਤੋ ਜਦੋਂ ਆਪਾਂ ਕੋਈ ਫਿਲਮ ਦੇਖਦੇ ਹਾਂ, ਕੋਈ ਸਮਾਂ ਹੁੰਦਾ ਸੀ ਤਾਂ ਅੱਜ ਜਿਵੇਂ ਅਸੀਂ ਦੇਖਦੇ ਹਾਂ ਕਿ ਇਸ ਫਿਲਮ ਦਾ ਨਾਇਕ ਕੌਣ ਹੈ, ਨਾਇਕਾ ਕੌਣ ਹੈ, ਅਤੇ ਕੋਈ ਸਮਾਂ ਹੁੰਦਾ ਸੀ ਜਦੋਂ ਇਹ ਦੇਖਿਆ ਜਾਂਦਾ ਸੀ ਕਿ ਫਿਲਮ ਦਾ ਲੇਖਕ ਕੌਣ ਹੈ, ਇਸ ਦੇ ਗੀਤ ਕਿਸ ਨੇ ਲਿਖੇ ਹੋਏ ਨੇ, ਇਸ ਦਾ ਨਿਰਦੇਸ਼ਕ ਕੌਣ ਹੈ। ਸੋ ਨਿਰਦੇਸ਼ਕ ਜਾਂ ਕਹਾਣੀ ਇਸ 'ਤੇ ਬਹੁਤ ਜਿਹੜਾ ਫਿਲਮ ਹੈ ਜਿਹੜੀ ਉਹ ਡਿਪੈਂਡ ਕਰਦੀ ਹੈ। ਸੋ ਸਾਗਰ ਸਰਹੱਦੀ ਜੀ ਸਾਡੇ ਗਿਣਵੇਂ ਚੁਣਵੇਂ ਨਿਰਦੇਸ਼ਕਾਂ ਦੇ ਵਿੱਚੋਂ ਇੱਕ ਸਨ।
ਸਕਰੀਨ ਪਲੇ, ਸਕ੍ਰਿਪਟ ਲਿਖਣੀ, ਉਹਨਾਂ ਨੇ ਆਪਣਾ ਜਿਹੜਾ ਕਰੀਅਰ ਹੈ ਉਹ ਨਾਟਕਾਂ ਤੋਂ ਸ਼ੁਰੂ ਕੀਤਾ ਤੇ ਨਾਲ ਲਿਖਦੇ ਵੀ ਸੀ। ਤੇ ਉਹਨਾਂ ਨੇ ਜਿਹੜੀਆਂ ਕਮਾਲ ਦੀਆਂ ਫਿਲਮਾਂ ਬਣਾਈਆਂ ਜਿਹੜੀਆਂ ਹਮੇਸ਼ਾ ਯਾਦ ਰੱਖੀਆਂ ਜਾਣਗੀਆਂ, ਜਿਨ੍ਹਾਂ ਦੇ ਵਿੱਚੋਂ ਤੁਸੀਂ ਸਾਰਿਆਂ ਨੂੰ ਕਾਫੀ ਸਾਰੀਆਂ ਨੇ ਜਿਹੜੀਆਂ ਉਹ ਦੇਖੀਆਂ ਹੋਣਗੀਆਂ, ਜਿਵੇਂ ਚਾਂਦਨੀ ਹੈ, ਕਭੀ ਕਭੀ ਹੈ, ਸਿਲਸਿਲਾ ਹੈ। ਆਪਾਂ ਹੋਲੀ ਦੀ ਗੱਲ ਕੀਤੀ ਸੀ, ਤੇ ਜਦੋਂ ਹੋਲੀ ਦੀ ਗੱਲ ਆਉਂਦੀ ਹੈ ਤਾਂ ਸਿਲਸਿਲਾ ਫਿਲਮ ਦਾ ਉਹ ਗੀਤ ਯਾਦ ਆ ਜਾਂਦਾ ਹੈ, ਰੰਗ ਬਰਸੇ ਵਾਲਾ। ਸੋ ਇਸੇ ਤਰ੍ਹਾਂ ਨੂਰੀ, ਫਾਸਲੇ, ਸੋ ਹੋਰ ਵੀ ਮੈਂ ਕਿੰਨੀਆਂ ਕੁ ਗਣਾਵਾਂ ਤੋਂ ਬਹੁਤ ਵਧੀਆ ਫਿਲਮਾਂ ਉਹਨਾਂ ਨੇ ਲਿਖੀਆਂ, ਨਿਰਦੇਸ਼ਨਾ ਦਿੱਤੀ ਤੇ ਸਾਡੇ ਤੱਕ ਪੁੱਜਦੀਆਂ ਕੀਤੀਆਂ। ਸੋ ਸਾਗਰ ਸਰਹੱਦੀ ਸਾਹਿਬ ਦੀ ਉਮਰ 87 ਵਰ੍ਹਿਆਂ ਦੀ ਸੀ। ਸੋ ਉਹ 1933 ਦੇ ਵਿੱਚ ਪੈਦਾ ਹੋਏ ਤੇ 22 ਮਾਰਚ 2021 ਨੂੰ ਸਾਡੇ ਤੋਂ ਸਦਾ ਲਈ ਵਿਛੜ ਗਏ। ਸੋ ਉਹਨਾਂ ਨੂੰ ਸਾਡੇ ਵੱਲੋਂ, ਸਾਡੇ ਪ੍ਰੋਗਰਾਮ ਵੱਲੋਂ ਸ਼ਰਧਾਂਜਲੀ ਹੈ। ਸੋ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ ਤੇ ਇਸ ਦੇ ਵਿੱਚ ਕੁਝ ਵਿਸ਼ੇ ਨੇ ਜਿਹੜੇ ਉਹ ਹੋਰ ਵਿਚਾਰਾਂਗੇ। ਤੋ ਉਹ ਵਿਸ਼ਾ ਹੈ, ਆਪਾਂ ਜਿਵੇਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਦੁਨੀਆ ਜਿਹੜੀ ਉਹ ਇੱਕ ਗਲੋਬਲ ਪਿੰਡ ਬਣਦੀ ਜਾ ਰਹੀ ਹੈ। ਇੱਕ ਪਾਸੇ ਤਾਂ ਦੁਨੀਆ ਗਲੋਬਲ ਪਿੰਡ ਬਣਦੀ ਜਾ ਰਹੀ ਹੈ, ਤਾਂ ਦੂਸਰੇ ਪਾਸੇ ਜਿਹੜਾ ਧਾਰਮਿਕ ਕੱਟੜਵਾਦ ਹੈ ਜਾਂ ਜਿਹੜਾ ਮਨੁੱਖ ਦਾ ਮਨ ਹੈ ਉਹ ਬੜਾ ਛੋਟਾ ਹੁੰਦਾ ਜਾ ਰਿਹਾ। ਸੰਕੀਰਨਤਾ ਸਾਡੇ ਵਿੱਚ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਸੋ ਮੈਂ ਹੈਰਾਨ ਹੁੰਦਾ ਹਾਂ ਕਿ ਧਰਮਾਂ ਨੇ ਸਾਂਝੀਵਾਲਤਾ ਦੇ ਸੰਦੇਸ਼ ਦਿੱਤੇ, ਲੇਕਿਨ ਅਸੀਂ ਕੀ ਕੀਤਾ? ਅਸੀਂ ਨਾ ਤਾਂ ਜਾਤਾਂ ਪਾਤਾਂ 'ਚੋਂ ਨਿਕਲ ਸਕੇ। ਜਾਤਾਂ ਪਾਤਾਂ ਦੇ ਨਾਂ 'ਤੇ ਗੁਰਦੁਆਰੇ ਬਣਾ ਲਏ, ਜਾਤਾਂ ਪਾਤਾਂ ਦੇ ਨਾਂ 'ਤੇ ਅਸੀਂ ਦੇਸ਼ ਬਣਾ ਲਏ, ਜਾਤਾਂ ਪਾਤਾਂ ਦੇ ਨਾਂ 'ਤੇ ਅਸੀਂ ਅਸੂਲ ਬਣਾ ਲਏ ਤੇ ਇੱਕ ਦੂਸਰੇ ਨੂੰ ਮਾਰਨ ਲੱਗ ਪਏ। ਦੰਗੇ ਹੁੰਦੇ ਨੇ ਜਾਂ ਇੱਕ ਦੂਸਰੇ ਨੂੰ ਨਫ਼ਰਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਹੈ। ਸੋ ਇਹ ਜਿਹੜੀਆਂ ਚੀਜ਼ਾਂ ਨੇ ਉਹ ਹਿਲਾ ਕੇ ਰੱਖ ਦਿੰਦੀਆਂ ਨੇ, ਤੇ ਜਦੋਂ ਇਹ ਚੀਜ਼ਾਂ ਇਹਨਾਂ ਵਿਕਸਿਤ ਮੁਲਕਾਂ ਵਿੱਚ ਵੀ ਵਾਪਰਦੀਆਂ ਨੇ ਤਾਂ ਜਿਹੜਾ ਮਨ ਹੈ ਉਹ ਦੁਖੀ ਹੋ ਜਾਂਦਾ ਹੈ। ਸੋ ਕਿੱਥੇ ਤਾਂ ਅਸੀਂ ਜਦੋਂ ਗਲੋਬਲ ਪਿੰਡ ਦੀ ਗੱਲ ਕਰਦੇ ਹਾਂ ਤਾਂ ਮਨੁੱਖ ਨੂੰ ਇਸ ਤੌਰ 'ਤੇ ਪਛਾਣਿਆ ਜਾਂਦਾ ਹੈ ਕਿ ਇੱਕ ਇਨਸਾਨ ਹੈ, ਤਾਂ ਇਨਸਾਨ ਦੇ ਤੌਰ 'ਤੇ ਉਹਨੂੰ ਟਰੀਟ ਕੀਤਾ ਜਾਂਦਾ ਹੈ। ਭਾਵੇਂ ਉਹਦਾ ਕਿਤੇ ਹਾਦਸਾ ਹੋ ਜਾਵੇ, ਭਾਵੇਂ ਉਹ ਬਿਮਾਰ ਹੋ ਜਾਵੇ, ਭਾਵੇਂ ਉਹਦੀ ਕੋਈ ਸਮੱਸਿਆ ਹੈ, ਤਾਂ ਕਿ ਇਨਸਾਨ ਸਮਝ ਕੇ ਉਹਦਾ ਟਰੀਟ ਕੀਤਾ ਜਾਂਦਾ ਹੈ। ਲੇਕਿਨ ਦੂਸਰੇ ਪਾਸੇ ਇਹਨਾਂ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦੇ ਵੀ ਲੋਕ ਨੇ ਤੇ ਜਿਹੜੇ ਆਪਣੇ ਕੱਟੜਵਾਦ ਕਰਕੇ, ਆਪਣੇ ਮਨ ਅੰਦਰ ਭਰੀ ਨਫ਼ਰਤ ਕਰਕੇ ਤੇ ਵਿਚਰਦੇ ਨੇ, ਤੇ ਕਈ ਵਾਰ ਉਹ ਇਸ ਤਰ੍ਹਾਂ ਦੇ ਕਾਰਨਾਮੇ ਕਰਦੇ ਨੇ ਤੇ ਜਿਹੜੇ ਦਿਲ ਨੂੰ ਪਸੀਜ ਕੇ ਰੱਖ ਦਿੰਦੇ ਨੇ। ਸੋ ਪਿਛਲੇ ਦਿਨੀ ਦੋਸਤੋ ਅਮਰੀਕਾ ਦੇ ਵਿੱਚ ਇੱਕ ਵਿਅਕਤੀ ਨੇ ਇੱਕ ਗਰੋਸਰੀ ਸਟੋਰ ਤੇ ਗੋਲੀਆਂ ਚਲਾ ਕੇ 10 ਬੇਕਸੂਰ ਬੰਦਿਆਂ ਨੂੰ ਮਾਰ ਦਿੱਤਾ। ਤੇ ਇਹ ਬੰਦਿਆਂ ਦਾ ਕੋਈ ਕਸੂਰ ਨਹੀਂ ਸੀ, ਇਹਨਾਂ ਦੀ ਕੋਈ ਮਤਲਬ ਖਾਸ ਪਛਾਣ ਨਹੀਂ ਸੀ। ਸੋ ਇਸ ਤਰ੍ਹਾਂ ਦੇ ਜਿਹੜੇ ਵਾਕਿਆਤ ਨੇ ਇਹ ਦੁਨੀਆ ਭਰ ਵਿੱਚ ਹੁੰਦੇ ਰਹਿੰਦੇ ਨੇ। ਕਿਤੇ ਟਰੱਕ ਹੇਠਾਂ, ਕਿਸੇ ਵੈਨ ਹੇਠਾਂ ਦਰੜ ਕੇ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਹੈ, ਕਿਤੇ ਜਿਹੜੇ ਮਨੁੱਖੀ ਵੰਬ ਨੇ ਉਹ ਫੜ ਜਾਂਦੇ ਨੇ, ਤੇ ਕਿਤੇ ਜਿਹੜਾ ਹੈਗਾ ਇਸ ਤਰ੍ਹਾਂ ਦੀ ਜਿਹੜਾ ਕਤਲੇਆਮ ਹੈ ਉਹ ਕੀਤਾ ਜਾਂਦਾ ਹੈ। ਤੇ ਗਨ ਹੈ ਜਿਹੜੀ ਉਹ ਕਿਸੇ ਨੂੰ ਨਹੀਂ ਦੇਖਦੀ ਕਿ ਇਹਦਾ ਕੀ ਧਰਮ ਹੈ, ਕਿਸ ਤਰ੍ਹਾਂ ਦਾ ਇਨਸਾਨ ਹੈ, ਤੇ ਜਿਹੜਾ ਹੈ ਉਹ ਕਿਸੇ ਦੀ ਵੀ ਜਾਨ ਹੈ ਜਿਹੜੀ ਉਹ ਲੈ ਲੈਂਦੀ ਹੈ। ਤੇ ਇਹ ਜਿਹੜਾ ਗਨ ਕੰਟਰੋਲ ਹੈ ਇਹ ਹੋਣਾ ਬਹੁਤ ਜ਼ਰੂਰੀ ਹੈ। ਅਮਰੀਕਾ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਗਨ ਲੌਬੀ ਇੰਨੀ ਭਾਰੂ ਹੈ ਕਿ ਬਹੁਤ ਸਾਰੇ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਨੇ ਜਾਂ ਉੱਥੋਂ ਦੀ ਜਿਹੜੀ ਪਾਰਲੀਮੈਂਟ ਹੈ ਉਸਨੇ ਇਹ ਜਿਹੜੀ ਗਨ ਲੌਬੀ ਹੈ ਇਹਦੇ ਖਿਲਾਫ ਕਦੇ ਕਦਮ ਧਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਕਾਨੂੰਨ ਪਾਸ ਨਹੀਂ ਕਰਾ ਸਕੇ, ਗਨਜ਼ ਨੂੰ ਪੂਰੀ ਤਰ੍ਹਾਂ ਕੰਟਰੋਲ ਨਹੀਂ ਕਰ ਸਕਦੇ। ਸੋ ਇਹ ਗੰਨਾਂ ਜਿਸ ਤਰ੍ਹਾਂ ਖਿਡੌਣੇ ਖਰੀਦਦੇ ਆ ਤੁਸੀਂ ਦੁਕਾਨਾਂ ਤੋਂ, ਤਾਂ ਇਸ ਤਰ੍ਹਾਂ ਤੁਹਾਨੂੰ ਮਿਲ ਜਾਂਦੀਆਂ ਨੇ। ਤੇ ਜਦੋਂ ਇਹ ਹਥਿਆਰ ਕਿਸੇ ਸਿਰਫ ਦੇ ਹੱਥ ਆ ਜਾਂਦੇ ਨੇ ਤਾਂ ਫਿਰ ਉਹ ਇਸ ਤਰ੍ਹਾਂ ਦੇ ਕਾਰਨਾਮੇ ਕਰਦਾ ਹੈ। ਅਸੀਂ ਜਿਹੜੇ ਵਿਅਕਤੀਆਂ ਦੀ ਜਾਨ ਗਈ ਹੈ, ਅਸੀਂ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ ਅਤੇ ਇਹ ਮਹਿਸੂਸ ਕਰਦੇ ਹਾਂ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਭਾਵੇਂ ਉਹ ਦੁਨੀਆ ਦਾ ਕੋਈ ਵੀ ਹਿੱਸਾ ਹੋਵੇ ਕਿ ਇਸ ਤਰ੍ਹਾਂ ਦੇ ਜਿਹੜੇ ਬੰਦੇ ਨੇ, ਇਹਨਾਂ ਤੋਂ ਜਿਹੜੇ ਹਥਿਆਰ ਨੇ ਜਾਂ ਗੰਨਾਂ ਨੇ, ਇਹਨਾਂ ਨੂੰ ਦੂਰ ਰੱਖਿਆ ਜਾਵੇ। ਕਈ ਵਾਰ ਭਾਰਤ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਹੈ ਕਿ ਲੋਕ ਵਿਆਹਾਂ 'ਤੇ ਜਾਂਦੇ ਨੇ, ਮੈਰਿਜ ਪੈਲਸਾਂ ਜਾਂਦੇ ਨੇ, ਤੇ ਜ਼ਿੰਮੇਵਾਰ ਵਿਅਕਤੀ ਤੇ ਇੰਨੇ ਵਾਹ ਉੱਪਰ ਨੂੰ ਗੋਲੀਆਂ ਚਲਾ ਰਹੇ ਹੁੰਦੇ ਨੇ ਔਰ ਕਈ ਜਾਨਾਂ ਵੀ ਗਈਆਂ ਨੇ। ਲੇਕਿਨ ਸਰਕਾਰਾਂ ਜਦੋਂ ਕਿਸੇ ਦੀ ਜਾਨ ਜਾਂਦੀ ਹੈ ਤੇ ਬਿਆਨ ਦਿੰਦੀਆਂ ਨੇ ਤਾਂ ਉਸ ਤੋਂ ਬਾਅਦ ਫਿਰ ਪ੍ਰਣਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ। ਸੋ ਪਿਛਲੇ ਦਿਨੀ ontario ਦਾ ਬਜਟ ਪੇਸ਼ ਕੀਤਾ ਗਿਆ। ਸੋ ਬਜਟ ਚੰਗਾ ਹੈ ਜਾਂ ਮਾੜਾ ਹੈ ਇਹ ਤਾਂ ਜਿਹੜੇ ਇਸ ਦੇ ਮਾਹਰ ਨੇ ਤਾਂ ਇਹੀ ਮਤਲਬ ਦੱਸ ਸਕਦੇ ਨੇ। ਲੇਕਿਨ
ਕੋਵਿਡ ਦੇ ਇਸ ਮਾਹੌਲ ਦੇ ਵਿੱਚ ਬਜਟ ਪੇਸ਼ ਹੋਣਾ, ਘਾਟੇ ਦਾ ਹੋਣਾ, ਇਹ ਤਾਂ ਪੱਕੀ ਗੱਲ ਹੈ, ਕਿਉਂਕਿ ਜਿਹੜੇ ਸਰਕਾਰਾਂ ਨੇ ਖਰਚੇ ਇੰਨੇ ਕੀਤੇ ਨੇ, ਲੋਕਾਂ ਨੂੰ ਘਰ ਬੈਠਿਆਂ ਨੂੰ ਪੈਸੇ ਦਿੱਤੇ ਨੇ, ਸਹੂਲਤਾਂ ਦਿੱਤੀਆਂ ਨੇ, ਤਾਂ ਉਹਦੇ 'ਤੇ ਸਰਕਾਰਾਂ ਦੇ ਖਰਚੇ ਤਾਂ ਆਏ ਨੇ, ਅਤੇ ਟੈਕਸ ਵੀ ਹੋ ਸਕਦਾ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਉਹ ਵਧਣ। ਲੇਕਿਨ ਚੰਗੀ ਖਬਰ ਇਸ ਦੇ ਵਿੱਚ ਇਹ ਸੀ ਕਿ ਇਸ ਬਜਟ ਦੇ ਵਿੱਚ ਬਰੈਂਪਟਨ ਦੇ ਵਿੱਚ ਇੱਕ ਜਿਹੜਾ ਹਸਪਤਾਲ ਹੈ ਉਸ ਦਾ ਐਲਾਨ ਕੀਤਾ ਗਿਆ। ਇਹ ਹਸਪਤਾਲ ਨਾਲ ਇਹ ਵੀ ਦੱਸ ਦਈਏ ਕਿ ਇਹ ਕੋਈ ਨਵਾਂ ਹਸਪਤਾਲ ਨਹੀਂ ਬਣਨਾ, ਅਤੇ ਜਿਹੜਾ ਪਹਿਲਾਂ ਹੀ ਹਸਪਤਾਲ, ਜਿਹੜਾ ਪੁਰਾਣਾ ਹਸਪਤਾਲ ਹੁੰਦਾ ਸੀ, ਤਾਂ ਉਸ ਨੂੰ ਇਹ ਅਪਗ੍ਰੇਡ ਕਰਨਾ ਹੈ। ਪਹਿਲਾਂ ਉਸ ਨੂੰ ਇੱਕ ਐਮਰਜੈਂਸੀ ਵਾਰਡ ਵਜੋਂ ਜਿਹੜਾ ਹੈ ਉਹ ਕੰਮ ਕਰਦਾ ਸੀ, ਅਤੇ ਜਿਹੜਾ ਰਾਤ ਨੂੰ 8 ਵਜੇ ਤੋਂ ਬਾਅਦ 10 ਵਜੇ ਤੋਂ ਬਾਅਦ ਬੰਦ ਹੋ ਜਾਂਦਾ ਸੀ। ਲੇਕਿਨ ਹੁਣ ਇਹ ਫੁੱਲ ਫਲੈਜਡ ਜਿਹੜਾ ਹਸਪੀਟਲ ਹੈ ਹੋਵੇਗਾ, ਅਤੇ ਜਿੱਥੇ ਪੇਸ਼ੈਂਟ ਰੱਖੇ ਜਾਣਗੇ। ਸੋ ਇਹ ਇੱਕ ਚੰਗੀ ਖਬਰ ਹੈ, ਅਤੇ ਬਰੈਂਪਟਨ ਵਾਸੀਆਂ ਨੂੰ ਇਸ ਹਸਪਤਾਲ ਦੀ ਬਹੁਤ ਸਮੇਂ ਤੋਂ ਲੋੜ ਸੀ, ਬੜੀ ਮੰਗ ਸੀ। ਅਸੀਂ ਤਾਂ ਅਜੇ ਵੀ ਇਹ ਮਹਿਸੂਸ ਕਰਦੇ ਹਾਂ ਕਿ ਇੱਕ ਪੂਰਾ ਜਿਹੜਾ ਵੱਡਾ ਹਸਪੀਟਲ ਹੈ ਜਿਹੜਾ ਉਹ ਹੋਣਾ ਚਾਹੀਦਾ ਹੈ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੀ ਬਰੈਂਪਟਨ ਦੀ ਜਿਹੜੀ ਆਬਾਦੀ ਹੈ ਉਹ ਬਹੁਤ ਵਧੀ ਹੈ। ਔਰ ਮੈਂ ਨਾਲੇ ਵੀ ਕਹਾਂਗਾ ਕਿ ਸਾਡੇ ਇੱਥੇ ਬਰੈਂਪਟਨ ਦੇ ਵਿੱਚ ਹੋਰ ਵੀ ਮਸਲੇ ਨੇ, ਅਤੇ ਖੇਡ ਸਟੇਡੀਅਮ ਵੀ ਇੱਥੇ ਬਣਨਾ ਚਾਹੀਦਾ ਹੈ, ਇੱਥੇ ਯੂਨੀਵਰਸਿਟੀ ਵੀ ਬਣਨੀ ਚਾਹੀਦੀ ਹੈ। ਪੋਲੀਟੀਸ਼ੀਅਨ ਜਦੋਂ ਵੋਟਾਂ ਆਉਂਦੀਆਂ ਨੇ ਤਾਂ ਉਹ ਇਹ ਸਾਰੇ ਵਾਅਦੇ ਕਰਦੇ ਨੇ, ਲੇਕਿਨ ਜਦੋਂ ਵੋਟਾਂ ਲੰਘ ਜਾਂਦੀਆਂ ਨੇ ਤਾਂ ਫਿਰ ਉਹ ਅਗਲੇ 4 ਸਾਲ ਲਈ ਤੇ ਇਹਨਾਂ ਸਾਰਿਆਂ ਨੂੰ ਭੁਲਾ ਦਿੰਦੇ ਨੇ। ਅਤੇ ਸਾਡੇ ਜਿਹੜੇ ਬੱਚੇ ਨੇ ਉਹ ਸਫ਼ਰ ਕਰਦੇ ਨੇ, ਦੂਸਰੇ ਸ਼ਹਿਰਾਂ ਦੇ ਵਿੱਚ ਪੜ੍ਹਨ ਜਾਂਦੇ ਨੇ, ਸੋ ਬਹੁਤ ਵੱਡੇ ਖਰਚੇ ਉਹਨਾਂ ਦੇ ਸਿਰ ਪੈ ਜਾਂਦੇ ਨੇ। ਸੋ ਇੱਥੇ ਨਾਲ ਹੀ ਮੈਂ ਇੱਕ ਗੱਲ ਹੋਰ ਕਹਾਂਗਾ, ਅਤੇ ਗੌਰਮੈਂਟ ਜਿਹੜੀ ਹੈਗੀ ਉਹ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀਜ਼ੇ ਬਹੁਤ ਦੇ ਰਹੀ ਹੈ, ਲੇਕਿਨ ਉਹਨਾਂ ਦੇ ਰਹਿਣ ਦਾ ਕੋਈ ਪ੍ਰਬੰਧ ਨਹੀਂ ਹੈ। ਅਤੇ ਉਹ ਬੇਸਮੈਂਟਾਂ ਦੇ ਵਿੱਚ 8-8, 10-10 ਬੱਚੇ ਨੇ ਜਿਹੜੇ ਉਹ ਇਕੱਠੇ ਰਹਿੰਦੇ ਨੇ, ਤਾਂ ਕਿਸ ਤਰ੍ਹਾਂ ਰਹਿੰਦੇ ਨੇ, ਕਿਸ ਤਰ੍ਹਾਂ ਉਹਨਾਂ ਦਾ ਲਾਈਫ ਸਟਾਈਲ ਹੈ, ਤੁਸੀਂ ਸਾਰੇ ਜਾਣਦੇ ਹੋ। ਤਾਂ ਜਿੱਥੇ ਗੌਰਮੈਂਟ ਉਹਨਾਂ ਨੂੰ ਵੀਜ਼ੇ ਦੇ ਰਹੀ ਹੈ, ਤਾਂ ਉਹਨਾਂ ਦੇ ਜਿਹੜਾ ਰੈਜ਼ੀਡੈਂਸ ਆ ਉਹਦਾ ਪ੍ਰਬੰਧ ਕਰਨਾ ਵੀ ਗੌਰਮੈਂਟ ਦੀ ਜ਼ਿੰਮੇਵਾਰੀ ਹੈ। ਸੋ ਇਸ ਤਰ੍ਹਾਂ ਦੇ ਹੋਸਟਲ ਵੀ ਜਿਹੜੇ ਨੇ ਉਹ ਬਣਾਏ ਜਾਣੇ ਚਾਹੀਦੇ ਨੇ। ਸੋ ਇਹ ਜਿਹੜੀਆਂ ਬਰੈਂਪਟਨ ਵਾਸੀਆਂ ਦੀਆਂ ਮੰਗਾਂ ਨੇ, ਅਤੇ ਇਹਨਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰਿਆ ਜਾਣਾ ਚਾਹੀਦਾ। ਅਤੇ ਦੋਸਤੋ, ਅਤੇ ਦੂਜੀ ਗੱਲ ਮੈਂ ਇਹ ਕਹਾਂਗਾ ਕਿ ਤੁਸੀਂ ਪ੍ਰੋਗਰਾਮ ਨੂੰ ਦੇਖਣ ਤੋਂ ਬਾਅਦ ਸਾਰੇ ਆਪਣੀ ਰਾਏ ਭੇਜਦੇ ਹੋ, ਅਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਅਤੇ ਇੱਥੇ ਮੈਂ ਇੱਕ ਗੱਲ ਇਹ ਵੀ ਕਹੂੰਗਾ ਧੰਨਵਾਦ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ, ਕਿ ਜ਼ਿੰਦਗੀ ਦੇ ਵਿੱਚ ਅਸੀਂ ਜਦੋਂ ਦੁਨੀਆ ਨੂੰ ਦੇਖਦੇ ਹਾਂ ਤਾਂ ਸਾਡੇ ਕੋਲ 2 ਤਰ੍ਹਾਂ ਦਾ ਨਜ਼ਰੀਆ ਹੁੰਦਾ ਹੈ, ਕਿ ਅਸੀਂ ਬੋਤਲ ਅੱਧੀ ਭਰੀ ਹੋਈ ਦੇਖਣੀ ਹੈ ਕਿ ਅੱਧੀ ਖਾਲੀ ਵੇਖਣੀ ਹੈ। ਤਾਂ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਸਾਡਾ ਜਿਹੜਾ ਨਜ਼ਰੀਆ ਹੈ ਉਹ ਨਕਾਰਾਤਮਕ ਜ਼ਿਆਦਾ ਹੁੰਦਾ ਜਾ ਰਿਹਾ। ਸਾਡੇ ਲਈ ਉਹ ਖਬਰ ਹੈ ਜਿੱਥੇ ਕੁਝ ਬੁਰਾ ਵਾਪਰਦਾ ਹੈ। ਅਸੀਂ ਹਮੇਸ਼ਾ ਆਲੋਚਨਾ ਕਰਨ ਲਈ ਤਿਆਰ ਰਹਿੰਦੇ ਹਾਂ। ਅਸੀਂ ਹਮੇਸ਼ਾ ਦੂਸਰਿਆਂ 'ਤੇ ਨਿਗਾਹ ਰੱਖਦੇ ਹਾਂ ਕਿ ਕਦੋਂ ਇਹ ਬੰਦਾ ਗਲਤੀ ਕਰੇ ਅਤੇ ਅਸੀਂ ਇਹਦੇ 'ਤੇ ਤਵਾ ਲਾਈਏ, ਤਾਂ ਜਾਂ ਅਸੀਂ ਇਹਦੀ ਆਲੋਚਨਾ ਕਰੀਏ ਅਤੇ ਦਿਖਾਈਏ ਕਿ ਮੈਨੂੰ ਤੇਰੇ ਨਾਲੋਂ ਵੱਧ ਪਤਾ ਹੈ। ਸੋ ਦੋਸਤੋ, ਨਕਾਰਾਤਮਕ ਰਵੱਈਆ ਛੱਡ ਕੇ ਸਾਨੂੰ ਜਿਹੜਾ ਹੈਗਾ ਉਹ ਜ਼ਿੰਦਗੀ ਦਾ ਚੰਗਾ ਪੱਖ ਵੀ ਵੇਖਣਾ ਚਾਹੀਦਾ ਹੈ। ਅਸੀਂ ਨਿਕੰਮੇ ਲੋਕਾਂ ਦੀ, ਅਸੀਂ ਨਸ਼ਈਆਂ ਦੀ, ਨਸ਼ੇੜੀਆਂ ਦੀ, ਅਸੀਂ ਗਲਤ ਕਿਸਮ ਦੇ ਪੋਲੀਟਿਕਸ ਜਿਹੜੀ ਹੈਗੀ ਆ ਉਹਦਾ ਸਾਰਿਆਂ ਦੀ ਗੱਲ ਕਰਦੇ ਹਾਂ, ਕਰਨੀ ਵੀ ਚਾਹੀਦੀ ਹੈ। ਲੇਕਿਨ ਅਸੀਂ ਭੁੱਲ ਜਾਂਦੇ ਹਾਂ ਕਿ ਜਿਹੜੇ ਜ਼ਿੰਦਗੀ ਦਾ ਜਿਹੜਾ ਚੰਗਾ ਪੱਖ ਹੈ ਉਹਦੇ 'ਤੇ ਅਸੀਂ ਗੱਲ ਨਹੀਂ ਕਰਦੇ। ਸੋ ਦੇਖੋ ਕਿੰਨੇ ਸਾਡੇ ਵਿਗਿਆਨੀ ਹਨ ਜਿਨ੍ਹਾਂ ਕਰਕੇ ਅਸੀਂ ਜ਼ਿੰਦਗੀ ਦਾ ਇਹ ਜਿਹੜਾ ਮਾਡਲ ਹੈ ਉਹਨੂੰ ਮੰਨ ਰਹੇ ਹਾਂ। ਦੇਖੋ ਬਿਜਲੀ ਚੱਲ ਰਹੀ ਹੈ, ਲਾਈਟ ਹੈ, ਕਾਰਾਂ ਨੇ, ਵੈਕਸੀਨ ਆ ਰਹੀ ਹੈ, ਅਤੇ ਵੈਕਸੀਨ ਨੇ ਸਾਨੂੰ ਕਿੰਨੀਆਂ ਬਿਮਾਰੀਆਂ ਤੋਂ, ਚੇਚਕ ਤੋਂ, ਹੈਜੇ ਤੋਂ, ਪੋਲੀਓ ਤੋਂ, ਅਤੇ ਹੁਣ ਕਰੋਨਾ ਤੋਂ ਬਚਾਇਆ। ਅਤੇ ਅਸੀਂ ਜਿਹੜੇ ਇਹਨਾਂ ਦੇ ਖੋਜੀ ਨੇ ਕਦੇ ਉਹਨਾਂ ਦੀ ਗੱਲ ਨਹੀਂ ਕੀਤੀ। ਮਨੁੱਖ ਚੰਦਰਮਾ 'ਤੇ ਚਲਿਆ ਗਿਆ, ਮਨੁੱਖ ਨੇ ਇੰਨੀ ਤਰੱਕੀ ਕੀਤੀ ਵਿਗਿਆਨ ਦੇ ਵਿੱਚ। ਤੁਹਾਡੇ ਕੋਲ ਕਾਰਾਂ ਨੇ, ਤੁਹਾਡੇ ਕੋਲ ਹਰ ਸਹੂਲਤ ਹੈ, ਮਾਈਕ੍ਰੋਵੇਵ ਨੇ, ਤੁਸੀਂ ਇੱਕ ਬਹੁਤ ਵਧੀਆ ਜੀਵਨ ਗੁਜ਼ਾਰ ਰਹੇ ਹੋ। ਇੱਕ ਜੰਗਲ 'ਚੋਂ ਉੱਠਿਆ ਹੋਇਆ ਮਨੁੱਖ ਅੱਜ ਵਿਕਾਸ ਦੇ ਇਸ ਪੜਾਅ 'ਤੇ ਪਹੁੰਚ ਗਿਆ ਹੈ। ਇਹਦੇ ਪਿੱਛੇ ਕਿਹੜੇ ਵਿਗਿਆਨੀ ਨੇ, ਕਿਵੇਂ ਉਹਨਾਂ ਨੇ ਕੰਮ ਕੀਤਾ, ਕਿਵੇਂ ਉਹ ਬਿਜਲੀ ਲੈ ਕੇ ਆਏ, ਕਿਸ ਤਰ੍ਹਾਂ ਉਹਨਾਂ ਨੇ ਮੋਟਰ ਗੱਡੀਆਂ ਬਣਾਈਆਂ, ਕਿਸ ਤਰ੍ਹਾਂ ਉਹਨਾਂ ਨੇ ਜਹਾਜ਼ ਬਣਾਏ, ਕਿਸ ਤਰ੍ਹਾਂ ਉਹਨਾਂ ਨੇ ਟੈਲੀਫੋਨ ਬਣਾਏ। ਅਤੇ ਇਹ ਜੇ ਸਹੂਲਤਾਂ ਤੁਹਾਡੇ ਤੋਂ ਵਾਪਸ ਲੈ ਲਈਆਂ ਜਾਣ, ਅਸੀਂ ਇਹਨਾਂ ਲੋਕਾਂ ਦੀ ਕਦੇ ਵੀ ਗੱਲ ਨਹੀਂ ਕਰਦੇ। ਸੋ ਸਾਨੂੰ ਨਹੀਂ ਪਤਾ ਨਿਕੋਲਾ ਟੈਸਲਾ ਕੌਣ ਸੀ, ਸਾਨੂੰ ਨਹੀਂ ਪਤਾ ਆਇਨਸਟਾਈਨ ਕੌਣ ਸੀ। ਤਾਂ ਦੋਸਤੋ, ਜ਼ਿੰਦਗੀ ਦਾ ਜਿਹੜਾ ਚੰਗਾ ਪੱਖ ਹੈ ਉਹ ਵੀ ਸਾਨੂੰ ਲੈ ਕੇ ਜਾਣਾ ਚਾਹੀਦਾ ਹੈ। ਸੋ ਇਸੇ ਤਰ੍ਹਾਂ ਜਿਹੜੇ ਬੱਚੇ ਨੇ, ਅਤੇ ਜਿਹੜੇ ਬੱਚੇ ਮਤਲਬ ਜਦੋਂ ਗਲਤ ਕਿਸਮ ਦੇ ਰਸਤਿਆਂ 'ਤੇ ਚੱਲ ਪੈਂਦੇ ਨੇ, ਉਹਨਾਂ ਦਾ ਅਸੀਂ ਬਿਆਨ ਕਰਦੇ ਹਾਂ। ਲੇਕਿਨ ਜਿਹੜੇ ਬੱਚੇ ਬਹੁਤ ਤਰੱਕੀ ਕਰਦੇ ਨੇ, ਪੜ੍ਹਾਈ ਦੇ ਖੇਤਰ ਵਿੱਚ ਅੱਗੇ ਜਾਂਦੇ ਨੇ, ਖੇਡਾਂ ਦੇ ਖੇਤਰ 'ਚ ਅੱਗੇ ਜਾਂਦੇ ਨੇ, ਉਹਨਾਂ ਬਾਰੇ ਅਸੀਂ ਚੁੱਪ ਧਾਰ ਜਾਂਦੇ ਹਾਂ। ਸੋ ਇਸੇ ਤਰ੍ਹਾਂ ਮਿਊਜ਼ਿਕ ਦਾ ਹੈ। ਤਾਂ ਜੇ ਕੋਈ ਚੰਗਾ ਮਿਊਜ਼ਿਕ ਦਿੰਦਾ ਹੈ ਅਸੀਂ ਗੱਲ ਨਹੀਂ ਕਰਦੇ,
ਤੇ ਜੇ ਕਿਤੇ ਕੋਈ ਮਾੜਾ ਗੀਤ ਆ ਗਿਆ ਤਾਂ ਅਸੀਂ ਬਹੁਤ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਹਾਂ। ਚੰਗੇ ਪ੍ਰੋਗਰਾਮ ਨੇ ਉਹਨਾਂ ਨੂੰ ਵੀ ਅਸੀਂ ਉਤਸ਼ਾਹਿਤ ਨਹੀਂ ਕਰਦੇ। ਜੇ ਕਿਸੇ ਤੋਂ ਕੋਈ ਮਾੜਾ ਲਫ਼ਜ਼ ਬੋਲਿਆ ਗਿਆ ਜਾਂ ਕੋਈ ਗੱਲ ਐਸੀ ਨਿਕਲ ਗਈ ਕਿ ਜੋ ਉਹਨੂੰ ਠੀਕ ਨਹੀਂ, ਤਾਂ ਅਸੀਂ ਇੱਕਦਮ ਜਿਹੜੀ ਹੈਗੀ ਉਹ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਹਾਂ। ਸੋ ਦੋਸਤੋ, ਸਾਨੂੰ ਇਹ ਜਿਹੜਾ ਨਕਾਰਾਤਮਕ ਰਵੱਈਆ ਹੈ ਇਹ ਬਦਲਣਾ ਪਵੇਗਾ ਤੇ ਅਸੀਂ ਹੀ ਜ਼ਿੰਦਗੀ ਹੈ ਜਿਹੜੀ ਉਹਨੂੰ ਚੰਗਾ ਬਣਾਉਣਾ ਹੈ, ਅਸੀਂ ਹੀ ਉਹਨੂੰ ਸੁਧਾਰਨਾ ਹੈ। ਤੇ ਜੇ ਅਸੀਂ ਨੈਗੇਟਿਵ ਹੀ ਸੋਚਦੇ ਰਹਾਂਗੇ ਤਾਂ ਅਸੀਂ ਜਿਹੜਾ ਹੈਗਾ ਉਹ ਅੱਗੇ ਨਹੀਂ ਜਾ ਸਕਾਂਗੇ। ਸੋ ਹੁਣ ਆਪਾਂ ਦੋਸਤੋ ਉਹਨਾਂ ਦੋਸਤਾਂ ਦੇ ਨਾਂ ਦੱਸਾਂਗੇ ਤੇ ਜਿਨ੍ਹਾਂ ਨੇ ਸਾਨੂੰ ਫੋਨ ਕਰਕੇ ਹਮੇਸ਼ਾ ਮੁਬਾਰਕਬਾਦ ਦਿੱਤੀ ਤੇ ਹੌਸਲਾ ਅਫਜ਼ਾਈ ਦਿੱਤਾ। ਤੇ ਕੋਹਿਨੂਰ ਰਾਣੀ ਜੀ, ਉਹਨਾਂ ਨੇ ਸਾਡੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਹੈ ਤੇ ਉਹਨਾਂ ਦਾ ਧੰਨਵਾਦ। ਸੁਖਦੇਵ ਸੁਰਿੰਦਰ ਸਮਰਾ, ਇਹ ਬਰੈਂਪਟਨ ਤੋਂ ਨੇ, ਇਹ ਵੀ ਸਾਨੂੰ ਅਕਸਰ ਹਰ ਪ੍ਰੋਗਰਾਮ ਦੇ ਵਿੱਚ ਸੁਨੇਹਾ ਭੇਜਦੇ ਨੇ, ਕਾਲ ਕਰਦੇ ਨੇ। ਸੁਖਮਿੰਦਰ ਸਿੰਘ ਉਟਾਲ ਆਸਟ੍ਰੇਲੀਆ ਤੋਂ, ਧੰਨਵਾਦ ਜੀ ਤੁਹਾਡਾ ਉਟਾਲ ਸਾਹਿਬ। ਹਿੰਮਤ ਸਿੰਘ ਕੈਲੀਫੋਰਨੀਆ, ਰਾਜਪ੍ਰੀਤ ਢਾਲੀਵਾਲ ਯੂਕੇ ਤੋਂ, ਅਸ਼ਵਨੀ ਪਠਾਣੀਆਂ ਚੰਡੀਗੜ੍ਹ ਤੋਂ ਤੇ ਕੁਲਵੀਰ ਬਡੇਸਰੋਂ ਮੁੰਬਈ ਤੋਂ। ਸਾਡੇ ਬਹੁਤ ਹੀ ਅੱਛੇ ਅਦਾਕਾਰ ਨੇ ਇਹ, ਫਿਲਮਾਂ ਦੇ ਵਿੱਚ, ਡਰਾਮਿਆਂ ਦੇ ਵਿੱਚ ਤੁਸੀਂ ਉਹਨੂੰ ਅਕਸਰ ਵੇਖਦੇ ਰਹਿੰਦੇ ਹੋ, ਟੈਲੀਵਿਜ਼ਨ 'ਤੇ ਵੀ ਦੇਖਦੇ ਰਹਿੰਦੇ ਹੋ। ਉਹਨਾਂ ਨੇ ਵੀ ਸਾਡੇ ਪ੍ਰੋਗਰਾਮ ਨੂੰ ਪਸੰਦ ਕੀਤਾ ਹੈ। ਤਾਂ ਹੋਰ ਜਿੰਨੇ ਵੀ ਸਾਡੇ ਸੁਨੇਹੀਆਂ ਨੇ ਸਾਨੂੰ ਸੁਨੇਹੇ ਭੇਜੇ ਨੇ ਤੇ ਅਸੀਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਸੋ ਜਾਣ ਤੋਂ ਪਹਿਲਾਂ ਮੈਂ ਦੋਸਤੋ ਇੱਕ ਵਾਰ ਫਿਰ ਤੁਹਾਨੂੰ ਬੇਨਤੀ ਕਰੂੰਗਾ ਕਿ ਇਸ ਪੋਡਕਾਸਟ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰੋ ਤੇ ਜ਼ਰੂਰ ਸਾਨੂੰ ਆਪਣਾ ਸਹਿਯੋਗ ਦਿਓ ਤਾਂ ਕਿ ਅਸੀਂ ਜਿਹੜੇ ਵਧੀਆ ਪ੍ਰੋਗਰਾਮ ਨੇ ਤੁਹਾਡੇ ਤੱਕ ਲੈ ਕੇ ਆ ਸਕੀਏ। ਤਾਂ ਹਰ ਸ਼ਨੀਚਰਵਾਰ ਨੂੰ ਪ੍ਰੋਗਰਾਮ ਅਸੀਂ YouTube 'ਤੇ ਜਾਂ ਹੋਰ ਸੋਸ਼ਲ ਸਾਈਟਸ 'ਤੇ ਪਾ ਦਿੰਦੇ ਹਾਂ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜ਼ਰੂਰ ਦੱਸੋ ਤੇ ਇਸ ਪ੍ਰੋਗਰਾਮ ਨਾਲ ਜੁੜੋ। ਸਾਨੂੰ ਜਿਹੜੇ ਇਹਨੇ ਸੁਨੇਹੇ ਉਹ ਤੁਸੀਂ ਭੇਜੋਗੇ ਤਾਂ ਸਾਨੂੰ ਚੰਗਾ ਲੱਗੇਗਾ। ਤੋਂ ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਸੋ ਮੇਜਰ ਮੰਗਟ ਨੂੰ ਆਗਿਆ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਦਬ ਸਤਿਕਾਰ ਨਾਲ ਸਤਿ ਸ੍ਰੀ ਅਕਾਲ।